ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ, ਨਿਹਚਲ ਚੌਰ ਛਤ। ਜੋ ਭਾਵੈ ਪਾਰ ਬ੍ਰਹਮ, ਸੋਈ ਸਚ ਨਿਆਓ। ਜੇ ਭਾਵੈ ਪਾਰ ਬ੍ਰਹਮ, ਨਿਥਾਵੇਂ ਮਿਲੈ ਥਾਉ। ਜੋ ਕੀਨੀ ਕਰਤਾਰ, ਸਾਈ ਭਲੀ ਗੱਲ। ਜਿਨੀ ਪਛਾਤਾ ਖਸਮ, ਸੇ ਦਰਗਾਹ ਮਲ। ਸਹੀ ਤੇਰਾ ਫੁਰਮਾਨ, ਕਿਨੈ ਨਾ ਫੇਰੀਐ। ਕਾਰਣ ਕਰਣ ਕਰੀਮ, ਕੁਦਰਤ ਤੇਰੀ ਹੈ। ਸਹੀ ਤੇਰਾ ਫੁਰਮਾਨ, ਕਿਨੈ ਨਾ ਫੇਰੀਐ। ਕਾਰਣ ਕਰਣ ਕਰੀਮ, ਕੁਦਰਤ ਤੇਰੀ ਹੈ। ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸ਼ੋਂ ਝਟਿਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟਿਐ। ਸੋ ਕਹੋ ਟਲ ਗੁਰ ਸੇਵੀਐ, ਐਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ, ਕਬੀਰ ਜੀ। ਇਕ ਓੰਕਾਰ, ਸਤਿਗੁਰ ਪ੍ਰਸਾਦ। ਵੇਦ ਕਤੇਬ ਇਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ। ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜੂਰ ਖੁਦਾਏ। ਵੇਦ ਕਤੇਬ ਇਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ। ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ਼,
ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ। ਰਹਾਉ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ। ਅਸਮਾਨ ਮਿਆਨੇ ਲਹੰਗ ਦਰਿਆ, ਗੁਸਲ ਕਰ ਦਨ ਬੂਦ। ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹ ਮੌਜੂਦ। ਅੱਲਾਹ ਪਾਕੰ ਪਾਕ ਹੈ, ਸਗ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ। ਅੱਲਾਹ ਪਾਕੰ ਪਾਕ ਹੈ, ਸਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਸਤਿਗੁਰੂ ਦੇ ਪਾਵਨ ਪਵਿੱਤਰ ਹਜ਼ੂਰ ਵਿੱਚ ਬੈਠਦੇ ਹੋਇਆਂ ਪਾਵਨ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਨਾਲ ਸੁਸ਼ੋਭਿਤ ਪਾਵਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਬੈਠ ਕੇ ਗੁਰਮਤਿ ਵਿਚਾਰਾਂ ਸਰਵਣ ਕਰਨ ਜਾ ਰਿਹਾ ਸਤਿਕਾਰਯੋਗ ਸਤਸੰਗੀਓ। ਅਥਵਾ ਦੂਰ ਦੁਰਾਡੇ ਬੈਠ ਕੇ ਰੇਡੀਓ ਟੈਲੀਵਿਜ਼ਨ ਜਾਂ ਇੰਟਰਨੈਟ ਰਾਹੀਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਲੱਗੇ ਸਤਿਕਾਰਯੋਗ ਗੁਰਮੁਖੋ। ਹਾਓ ਇਕਾਗਰਚਿਤ ਹੁੰਦਿਆਂ ਸਰਵ ਪ੍ਰਥਮ ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਅੰਮ੍ਰਿਤ ਵੇਲੇ ਸਤਿਗੁਰੂ ਜੀ ਦਾ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਹੋਇਆ, ਇਹ ਪਾਵਨ ਬਚਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 727 ਤੇ ਤਿਲੰਗ ਰਾਗ ਵਿੱਚ ਭਗਤ ਕਬੀਰ ਸਾਹਿਬ ਦੇ ਮੁਖਾਰਬਿੰਦ ਤੋਂ ਉਚਾਰਨ ਹੋਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸੁਸ਼ੋਭਿਤ ਨੇ। ਇਸ ਤੋਂ ਪਹਿਲਾਂ ਕਿ ਆਪਾਂ ਵਿਚਾਰ ਕਰੀਏ, ਮੈਂ ਇੱਕ ਦੋ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ, ਕਿਉਂਕਿ ਸਤਿਗੁਰੂ ਨੇ ਭਗਤ ਕਬੀਰ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਜੋ ਕੁਝ ਬਚਨ ਵਰਣਨ ਕੀਤੇ, ਇਹ ਬੜੇ ਅਮੋਲਕ ਨੇ। ਪ੍ਰਥਮ ਸਤਿਗੁਰੂ ਦਾ ਇਹ ਬਚਨ ਹੈ, बेद कतेब इफ्तरा भाई दिल का फिक्र ना जाए। इन्हां लफ्ज़ां वल जरा ध्यान रखना। अज आपां यतन करांगे इस गल नूं जरा गहराई नाल विचारीए। दिल का फिक्र ना जाए।
ਕੁਝ ਦਿਨ ਪਹਿਲਾਂ ਜਿਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਦੀ ਪਾਵਨ ਬਾਣੀ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਕਰ ਰਿਹਾ ਸਨ, ਕੁਦਰਤੀ ਮੇਰੀ ਸੁਰਤੀ ਗੁਰੂ ਦੇ ਇਹਨਾਂ ਬਚਨਾਂ ਤੇ ਟਿਕ ਗਈ। ਕਰਮੀ ਸਹਿਜ ਨਾ ਉਪਜੈ, ਵਿਨ ਸਹਿਜੈ ਸਹਿਸਾ ਨਾ ਜਾਏ। ਲਫ਼ਜ਼ ਸਹਿਸਾ ਧਿਆਨ ਕਰਿਓ, ਬੜਾ ਜ਼ਰੂਰੀ ਹੈ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਵਿੱਚ ਐਸੇ ਬਚਨ ਵੀ ਆਖੇ, ਕਹੋ ਨਾਨਕ ਗੁਰ ਪੂਰਾ ਭੇਟਿਓ, ਮਿਟਿਓ ਸਗਲ ਅੰਦੇਸ਼ਾ। ਅੰਦੇਸ਼ਾ ਸਹਿਸਾ ਜਾਂ ਫਿਕਰ, ਇਹ ਕੀ ਹੈ? ਸਾਡੇ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਇਹ ਹਾਲਤ ਹੈ। ਔਰ ਯਕੀਨ ਜਾਣਿਓ, ਸਾਰੀ ਦੁਨੀਆ ਲਗਾਤਾਰ ਇਸੇ ਅਵਸਥਾ ਵਿੱਚ ਹੀ ਰਹਿੰਦੀ ਹੈ। ਸਹਿਸਾ, ਅੰਦੇਸ਼ਾ ਜਾਂ ਸਤਿਗੁਰੂ ਨੇ ਇੱਕ ਹੋਰ ਬਚਨ ਵਰਣਨ ਕੀਤਾ ਬਾਣੀ ਵਿੱਚ, ਸੰਤਾਪ। ਸੰਤਾਪ, ਸਹਿਸਾ, ਅੰਦੇਸ਼ਾ, ਫਿਕਰ, ਇਹਨਾਂ ਸਭ ਗੱਲਾਂ ਦਾ ਇੱਕੋ ਹੀ ਮਤਲਬ ਹੈ। ਔਰ ਮੈਂ ਫਿਰ ਦੁਹਰਾ ਕੇ ਆਖਣਾ, ਇਹ ਸਾਡੇ ਦਿਲ ਦੀ ਹਾਲਤ ਹੈ, ਸਾਡੇ ਮਨ ਦੀ ਹਾਲਤ ਹੈ। ਦੁਨੀਆ ਦਾ ਕੋਈ ਵੀ ਬੰਦਾ ਜਾਗਣ ਤੋਂ ਲੈ ਕੇ ਸੌਣ ਤੱਕ ਜਾਂ ਜਨਮ ਤੋਂ ਲੈ ਕੇ ਮਰਨ ਤੱਕ ਕੋਈ ਵਿਰਲਾ ਹੀ ਹੈ ਜਿਹੜਾ ਕਿਤੇ ਇਸ ਅੰਦੇਸ਼ੇ ਦੀ ਹਾਲਤ ਵਿੱਚੋਂ ਪਾਰ ਲੰਘ ਗਿਆ ਹੋਵੇ। ਵਰਨਾ ਸਾਰਾ ਜਗਤ ਇਸ ਅੰਦੇਸ਼ੇ ਵਿੱਚ ਹੀ ਭਟਕਦਾ ਹੈ। ਮੈਂ ਬੇਨਤੀ ਕਰ ਰਿਹਾ ਸਾਂ, ਪਹਿਲਾਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਾਂ। ਕੁਝ ਉਹਨਾਂ ਲੋਕਾਂ ਦੀ ਗੱਲ ਜਿਹੜੇ ਇਸ ਅੰਦੇਸ਼ੇ ਤੋਂ ਪਾਰ ਲੰਘ ਗਏ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਿਵਾਸੀ ਸਨ ਆਦਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ। ਦੁਨੀਆ ਉਹਨਾਂ ਨੂੰ ਸਿਰਫ ਇੱਕ ਸਾਹਿਤਕਾਰ ਜਾਂ ਕਵੀ ਦੇ ਰੂਪ ਵਿੱਚ ਜਾਣਦੀ ਹੈ, ਪਰ ਆਦਰਯੋਗ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਸਦਾ ਐਸੇ ਬਚਨ ਆਖਿਆ ਕਰਦੇ ਸਨ, ਭਾਈ ਵੀਰ ਸਿੰਘ ਜੀ ਸੰਤ ਕਵੀ ਨੇ। ਮੈਨੂੰ ਉਹਨਾਂ ਦੇ ਕੁਝ ਬਚਨ ਪੜ੍ਹਨ ਦਾ ਮੌਕਾ ਮਿਲਿਆ ਔਰ ਮੈਂ ਮਹਿਸੂਸ ਕਰਦਾ ਜਿੰਨੀ ਗਹਿਰਾਈ ਨਾਲ ਉਹਨਾਂ ਨੇ ਗੁਰਮਤਿ ਦਾ, ਗੁਰਬਾਣੀ ਦਾ ਵਰਣਨ ਕੀਤਾ ਨਾ, ਉਹਨਾਂ ਦੀ ਅਵਸਥਾ ਕਿਸੇ ਵੀ ਹਾਲਤ ਵਿੱਚ ਕਿਸੇ ਮਹਾਨ ਸੰਤ ਬ੍ਰਹਮ ਗਿਆਨੀ ਦੀ ਅਵਸਥਾ ਤੋਂ ਘੱਟ ਨਹੀਂ ਸੀ। ਭਾਈ ਵੀਰ ਸਿੰਘ ਜੀ ਨੇ ਇੱਕ ਘਟਨਾ ਲਿਖੀ, ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਇਹ ਗੱਲ ਲਗਭਗ 100 ਸਾਲ ਤੋਂ ਵੀ ਵਧੇਰੇ ਪੁਰਾਣੀ ਹੈ। ਅੰਮ੍ਰਿਤਸਰ ਵਿਖੇ ਇੱਕ ਸਰਦਾਰ ਜੀ ਰਿਹਾ ਕਰਦੇ ਸਨ ਜਿਨ੍ਹਾਂ ਦਾ ਲੱਕੜ ਦਾ ਕਾਰੋਬਾਰ ਸੀ। ਉਹਨਾਂ ਨੇ ਆਪਣਾ ਲੱਕੜ ਦਾ ਕਾਰੋਬਾਰ ਲਾਹੌਰ ਰਾਵੀ ਦਰਿਆ ਦੇ ਕੰਢੇ ਉੱਥੇ ਖੋਲ੍ਹਿਆ ਹੋਇਆ ਸੀ। 1947 ਤੋਂ ਪਹਿਲਾਂ ਲਾਹੌਰ ਤੇ ਅੰਮ੍ਰਿਤਸਰ ਦੀ ਕੋਈ ਬਹੁਤੀ ਦੂਰੀ ਨਹੀਂ ਸੀ। ਅੱਜ ਵੀ ਪੁਆਇੰਟ ਟੂ ਪੁਆਇੰਟ ਸਿਰਫ 56 ਕਿਲੋਮੀਟਰ ਦੀ ਦੂਰੀ ਹੈ ਅੰਮ੍ਰਿਤਸਰ ਤੋਂ ਲਾਹੌਰ, ਬਹੁਤਾ ਦੂਰ ਤੇ ਨਹੀਂ ਹੈਗਾ। ਬੰਦਾ ਜੇ ਸੜਕੋਂ ਸੜਕ ਸਿੱਧਾ ਤੁਰਿਆ ਜਾਏ ਤੇ ਬੜੇ ਆਰਾਮ ਨਾਲ ਕਾਰ ਤੇ ਜਾਂ ਬੱਸ ਤੇ ਤਕਰੀਬਨ ਘੰਟੇ ਵਿੱਚ ਪਹੁੰਚ ਜਾਏਗਾ। ਸਰਦਾਰ ਜੀ ਹੋਰਾਂ ਨੇ ਅੰਮ੍ਰਿਤਸਰ ਰਹਿੰਦਿਆਂ ਹੋਇਆਂ ਲਾਹੌਰ ਵਿਖੇ ਲੱਕੜ ਦਾ ਵੱਡਾ ਕਾਰੋਬਾਰ ਖੋਲ੍ਹਿਆ ਸੀ। ਆਪ ਉਹ ਅੰਮ੍ਰਿਤਸਰ ਰਹਿੰਦੇ ਸਨ, ਇਸ ਲਈ ਉਹਨਾਂ ਨੇ ਆਪਣੇ ਕਾਰੋਬਾਰ ਦੀ ਦੇਖਭਾਲ ਕਰਨ ਦੇ ਲਈ ਇੱਕ ਮੈਨੇਜਰ ਰੱਖ ਛੱਡਿਆ ਸੀ। ਬਾਰਿਸ਼ਾਂ ਦੇ ਦਿਨ ਸਨ ਜਦੋਂ ਇੱਕ ਦਿਨ ਸਰਦਾਰ ਜੀ ਹੋਰਾਂ ਨੂੰ ਲਾਹੌਰ ਤੋਂ ਰੱਖੇ ਹੋਏ ਮੈਨੇਜਰ ਦੀ ਇੱਕ ਟੈਲੀਗ੍ਰਾਮ ਮਿਲੀ, ਜਿਸ ਵਿੱਚ ਲਿਖਿਆ ਹੋਇਆ ਸੀ, ਸਰਦਾਰ ਜੀ ਲਗਾਤਾਰ ਬਾਰਿਸ਼ ਪੈਣ ਨਾਲ ਰਾਵੀ ਦਰਿਆ ਵਿੱਚ ਹੜ੍ਹ ਆ ਗਿਆ ਸੀ ਤੇ ਹੜ੍ਹ ਵਿੱਚ ਆਪਣਾ ਸਾਰਾ ਹੀ ਮਾਲ ਰੁੜ ਗਿਆ, ਲੱਖਾਂ ਰੁਪਇਆਂ ਦਾ ਨੁਕਸਾਨ ਹੋ ਗਿਆ। ਸਰਦਾਰ ਜੀ ਨੇ ਟੈਲੀਗ੍ਰਾਮ ਪੜ੍ਹੀ, ਜੇਬ ਵਿੱਚ ਪਾਈ, ਆਪਣੇ ਡਰਾਈਵਰ ਨੂੰ ਆਖਣ ਲੱਗੇ, ਚੱਲ ਬਈ ਕਾਰ ਕੱਢ, ਆਪਾਂ ਜ਼ਰਾ ਦਰਬਾਰ ਸਾਹਿਬ ਚੱਲੀਏ। ਦਰਬਾਰ ਸਾਹਿਬ ਪਹੁੰਚੇ, ਆ ਕੇ ਕੜਾਹ ਪ੍ਰਸ਼ਾਦ ਦੀ ਦੇਗ ਲਈ, ਮਹਾਰਾਜ ਦੇ ਚਰਨਾਂ ਵਿੱਚ ਗਏ, ਜਾ ਕੇ ਅਰਦਾਸ ਕੀਤੀ, ਮੱਥਾ ਟੇਕਿਆ, ਵਾਪਸ ਆ ਗਏ। ਲਗਭਗ ਹਫ਼ਤਾ ਕੁ ਲੰਘਿਆ ਹੋਣਾ ਜਦੋਂ ਲਾਹੌਰ ਤੋਂ ਉਸ ਮੈਨੇਜਰ ਦੀ ਇੱਕ ਹੋਰ ਚਿੱਠੀ ਸਰਦਾਰ ਜੀ ਹੋਰਾਂ ਨੂੰ ਮਿਲੀ,
ਜਿਹਦੇ ਵਿੱਚ ਲਿਖਿਆ ਹੋਇਆ ਸੀ ਸਰਦਾਰ ਸਾਹਿਬ, ਭਾਵੇਂ ਨਾ ਹੜ੍ਹ ਵਿੱਚ ਸਾਰਾ ਹੀ ਮਾਲ ਰੁੜ ਗਿਆ ਸੀ, ਲੱਖਾਂ ਦਾ ਨੁਕਸਾਨ ਹੋ ਗਿਆ ਸੀ, ਪਰ ਅਸੀਂ ਭਾਲ ਜਾਰੀ ਰੱਖੀ, ਤਕਰੀਬਨ ਅੱਧਾ ਕੁ ਮਾਲ ਵਾਪਸ ਮਿਲ ਗਿਆ। ਸਰਦਾਰ ਜੀ ਨੇ ਫਿਰ ਆਪਣੇ ਡਰਾਈਵਰ ਨੂੰ ਆਖਿਆ, ਚੱਲ ਬਈ ਕਾਰ ਕੱਢ, ਆਪਾਂ ਗੁਰੂ ਦੇ ਦਰਸ਼ਨ ਕਰਨ ਚਲੀਏ। ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ, ਕੜਾਹ ਪ੍ਰਸ਼ਾਦ ਦੀ ਦੇਗ ਲਈ, ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਅਰਦਾਸ ਕੀਤੀ, ਘਰ ਚਲੇ ਗਏ। ਕੁਝ ਦਿਨ ਹੋਰ ਗੁਜ਼ਰੇ ਹੋਣਗੇ, ਜਦੋਂ ਲਾਹੌਰ ਤੋਂ ਉਸ ਮੈਨੇਜਰ ਦੀ ਇੱਕ ਹੋਰ ਚਿੱਠੀ ਆਈ, ਜਿਸ ਵਿੱਚ ਲਿਖਿਆ ਹੋਇਆ ਸੀ, ਸਰਦਾਰ ਸਾਹਿਬ ਅਸੀਂ ਨਾ ਭਾਲ ਜਾਰੀ ਰੱਖੀ ਤੇ ਤਕਰੀਬਨ ਸਾਰਾ ਹੀ ਮਾਲ ਵਾਪਸ ਮਿਲ ਗਿਆ, ਜਿਹੜਾ ਨੁਕਸਾਨ ਹੋਇਆ ਉਹ ਤੇ ਬੜਾ ਥੋੜਾ ਸੀ। ਸਰਦਾਰ ਜੀ ਨੇ ਫਿਰ ਆਪਣੇ ਡਰਾਈਵਰ ਨੂੰ ਆਖਿਆ, ਚੱਲ ਬਈ ਕਾਰ ਕੱਢ, ਆਪਾਂ ਦਰਬਾਰ ਸਾਹਿਬ ਦਰਸ਼ਨ ਕਰ ਆਈਏ। ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ, ਕੜਾਹ ਪ੍ਰਸ਼ਾਦ ਦੀ ਦੇਗ ਲਈ, ਅਰਦਾਸ ਕੀਤੀ, ਦਰਸ਼ਨ ਕੀਤੇ। ਜਿਸ ਵੇਲੇ ਵਾਪਸ ਮੁੜ ਰਹੇ ਸਨ, ਡਰਾਈਵਰ ਸਰਦਾਰ ਜੀ ਹੋਰਾਂ ਨੂੰ ਪੁੱਛਣ ਲੱਗਾ, ਸਰਦਾਰ ਜੀ ਅੱਜ ਤੇ ਮੈਨੂੰ ਪਤਾ ਤੁਸੀਂ ਕੀ ਅਰਦਾਸ ਕੀਤੀ ਹੋਵੇਗੀ, ਪਰ ਇੱਕ ਗੱਲ ਦੱਸੋ, ਜਿਸ ਦਿਨ ਇਹ ਟੈਲੀਗ੍ਰਾਮ ਆਈ ਸੀ ਤੁਹਾਡਾ ਲੱਖਾਂ ਰੁਪਇਆਂ ਦਾ ਨੁਕਸਾਨ ਹੋ ਗਿਆ, ਸਾਰਾ ਮਾਲ ਰੁੜ ਗਿਆ, ਤੁਸੀਂ ਉਸ ਦਿਨ ਵੀ ਅਰਦਾਸ ਕਰਨ ਆਏ ਸੀ, ਤੁਸੀਂ ਉਦੋਂ ਕੀ ਅਰਦਾਸ ਕੀਤੀ ਹੋਵੇਗੀ ਮਹਾਰਾਜ ਕੋਲ? ਸਰਦਾਰ ਜੀ ਹੋਰੀ ਕਹਿਣ ਲੱਗੇ, ਮਿੱਤਰਾ ਉਸ ਦਿਨ ਤੇ ਮੈਂ ਗੁਰੂ ਕੋਲ ਇਹ ਅਰਦਾਸ ਕਰਨ ਆਇਆ ਸਾਂ, ਸੱਚੇ ਪਾਤਸ਼ਾਹ ਲੱਖਾਂ ਰੁਪਇਆਂ ਦਾ ਮਾਲ ਰੁੜ ਗਿਆ, ਅਮੀਰ ਤੋਂ ਕੰਗਾਲ ਹੋ ਗਿਆ, ਪਰ ਲੱਖਾਂ ਰੁਪਇਆਂ ਦਾ ਮਾਲ ਹੀ ਰੁੜਿਆ ਨਾ, ਹੇ ਸੱਚੇ ਪਾਤਸ਼ਾਹ ਕਿਰਪਾ ਕਰੀ ਮੇਰੇ ਮਨ ਵਿੱਚੋਂ ਕਿਤੇ ਤੇਰਾ ਪਿਆਰ ਜਾਂ ਤੇਰਾ ਵਿਸ਼ਵਾਸ ਨਾ ਰੁੜ ਜਾਏ। ਮਾਲ ਰੁੜਦਾ ਤੇ ਰੁੜਦਾ, ਕੀ ਫਰਕ ਹੈ? ਡਰਾਈਵਰ ਫਿਰ ਆਖਣ ਲੱਗਾ, ਜਦੋਂ ਇਹ ਚਿੱਠੀ ਆਈ ਸੀ ਕਿ ਅੱਧਾ ਕੁ ਮਾਲ ਵਾਪਸ ਮਿਲ ਗਿਆ, ਤੁਸੀਂ ਉਸ ਦਿਨ ਵੀ ਅਰਦਾਸ ਕਰਨ ਆਏ ਸੀ, ਉਦੋਂ ਕੀ ਆਖਿਆ ਸਾਜੇ? ਸਰਦਾਰ ਹੋਰੀ ਕਹਿਣ ਲੱਗੇ, ਉਸ ਦਿਨ ਤਾਂ ਮੈਂ ਗੁਰੂ ਦਾ ਸ਼ੁਕਰਾਨਾ ਅਦਾ ਕਰਨ ਆਇਆ ਸਾਂ, ਹੇ ਸੱਚੇ ਪਾਤਸ਼ਾਹ ਤੇਰਾ ਕੋਟਾਨ ਕੋਟ ਸ਼ੁਕਰ ਹੈ, ਤੂੰ ਮੁੜ ਕੇ ਰੋਟੀ ਖਾਣ ਜੋਗਿਆ ਕਰ ਦਿੱਤਾ, ਹੁਣ ਤਾਂ ਕੋਈ ਫਿਕਰ ਵਾਲੀ ਗੱਲ ਨਹੀਂ। ਤੇ ਡਰਾਈਵਰ ਨੇ ਫਿਰ ਪੁੱਛਿਆ, ਹੁਣ ਜਦੋਂ ਇਹ ਚਿੱਠੀ ਆਈ ਕਿ ਸਾਰਾ ਹੀ ਮਾਲ ਵਾਪਸ ਮਿਲ ਗਿਆ, ਫਿਰ ਅੱਜ ਕੀ ਅਰਦਾਸ ਕੀਤੀ ਜਾਏ? ਸਰਦਾਰ ਹੋਰੀ ਬੜੇ ਪਿਆਰ ਨਾਲ ਆਖਣ ਲੱਗੇ, ਅੱਜ ਤਾਂ ਨਾ ਮੈਂ ਗੁਰੂ ਕੋਲ ਇਹ ਅਰਦਾਸ ਕਰਨ ਆਇਆ ਸਾਂ, ਮੇਰੇ ਸੱਚੇ ਪਾਤਸ਼ਾਹ ਲੱਖਾਂ ਰੁਪਏ ਆ ਗਏ ਨੇ, ਮੁੜ ਕੇ ਲੱਖਾਂ ਵਿੱਚ ਖੇਡਣ ਜੋਗੇ ਹੋ ਗਏ ਆ, ਪਰ ਹੇ ਮੇਰੇ ਦਾਤਾਰ ਇੱਕ ਕਿਰਪਾ ਕਰਿਓ, ਕਿਤੇ ਇਸ ਮਾਇਆ ਦੇ ਭੁਲੇਖੇ ਵਿੱਚ ਨਾ ਮੈਨੂੰ ਕਿਤੇ ਤੇਰਾ ਪਿਆਰ ਨਾ ਭੁੱਲ ਜਾਏ। ਇਹ ਉਹਨਾਂ ਲੋਕਾਂ ਦੇ ਹਿਰਦੇ ਦੀ ਗੱਲ ਹੈ ਜਿਨ੍ਹਾਂ ਦੇ ਹਿਰਦੇ ਵਿੱਚੋਂ ਫਿਕਰ ਨਾਮ ਦੀ ਬਿਮਾਰੀ ਖਤਮ ਹੋ ਗਈ ਹੈ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬੋਲਾਂ ਵਿੱਚ ਭਗਤ ਕਬੀਰ ਸਾਹਿਬ ਆਖਦੇ ਨੇ, ਦੁਨੀਆ ਪਤਾ ਕੀ ਕਰਦੀ, ਦੁੱਖ ਆ ਜਾਏ, ਮੁਸੀਬਤ ਆ ਜਾਏ, ਉਸ ਵੇਲੇ ਤੇ ਚਲੋ ਹੋਇਆ ਹੀ, ਪਰ ਆਮ ਹਾਲਾਤ ਵਿੱਚ ਵੀ ਸਾਡਾ ਮਨ, ਸਾਡਾ ਦਿਲ ਹਰ ਵੇਲੇ ਫਿਕਰ ਦੀ, ਅੰਦੇਸ਼ੇ ਦੀ, ਸੰਤਾਪ ਦੀ ਅਵਸਥਾ ਵਿੱਚ ਰਹਿੰਦਾ ਹੈ, ਸਹਿਸੇ ਦੀ ਅਵਸਥਾ ਵਿੱਚ ਰਹਿੰਦਾ ਹੈ। ਭਲਾ ਸਹਿਸਾ ਕੀ ਹੈ, ਅੰਦੇਸ਼ਾ ਕੀ ਹੈ? ਅੰਦੇਸ਼ਾ ਦਾ ਮਤਲਬ ਸਿਰਫ ਸ਼ੱਕ ਨਹੀਂ ਹੁੰਦਾ, ਸਿਰਫ ਡਾਊਟ ਨਹੀਂ ਹੁੰਦਾ, ਸਿਰਫ ਸਸਪੀਸ਼ਨ ਨਹੀਂ ਹੁੰਦਾ, ਕੁਛ ਹੋਰ ਹੁੰਦਾ। ਅੰਦੇਸ਼ਾ ਸਾਡੇ ਮਨ ਦੀ ਉਹ ਹਾਲਤ ਹੈ, ਖਿਆਲ ਕਰਿਓ ਅਸੀਂ ਕੁਝ ਵੀ ਕਰਨ ਲੱਗੀਏ ਨਾ, ਸਾਡਾ ਮਨ ਲਗਾਤਾਰ ਘਬਰਾਹਟ ਵਿੱਚ ਰਹੇਗਾ। ਮੈਂ ਜਾਣ ਲੱਗਾ ਕਿਤੇ ਲੇਟ ਹੀ ਨਾ ਹੋ ਜਾ, ਇਹ ਘਬਰਾਹਟ। ਮੈਂ ਜਾਣ ਲੱਗਾ ਕਿਤੇ ਠੀਕ ਠਾਕ ਪਹੁੰਚ ਜਾਵਾਂਗਾ, ਕਿਤੇ ਐਕਸੀਡੈਂਟ ਹੀ ਨਾ ਹੋ ਜਾਏ। ਮੈਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਲੱਗਾ, ਹਾਏ ਪਤਾ ਨਹੀਂ ਇਸ ਨੇ ਸਫਲ ਹੋਣਾ ਕਿ ਨਹੀਂ ਹੋਣਾ, ਹਰ ਵੇਲੇ ਘਬਰਾਹਟ। ਮੈਂ ਫਿਰ ਦੁਹਰਾ ਕੇ ਇਹ ਗੱਲ ਆਖਦਾ, ਇਹ ਵਾਲੀ ਹਾਲਤ ਜਿੰਨੀ ਪ੍ਰਬਲ ਹੋਵੇਗੀ ਨਾ, ਬੰਦਾ ਓਨਾ ਹੀ ਦੁਖੀ ਹੋਵੇਗਾ, ਓਨਾ ਹੀ ਦੁਖੀ ਹੋਵੇਗਾ। ਥੋੜੀ ਦੇਰ ਪਹਿਲਾਂ ਦੀ ਗੱਲ ਹੈ, ਨਿਊਯਾਰਕ ਵਿਖੇ, ਅਮਰੀਕਾ ਵਿਖੇ
ਇੱਕ ਪਰਿਵਾਰ ਨਾਲ ਰਲ ਕੇ ਗੱਲਬਾਤ ਕਰ ਰਹੇ ਸਾਂ। ਉਹਨਾਂ ਦੀ ਗੁੱਡੀ ਮੇਰੇ ਪਾਸ ਆਈ ਤੇ ਆਖਣ ਲੱਗੀ, ਵੀਰ ਜੀ ਤੁਸੀਂ ਨਾ ਮਾਂ ਨੂੰ ਸਮਝਾਓ, ਇਹ ਤਾਂ ਮੈਨੂੰ ਬਹੁਤ ਦੁਖੀ ਕਰਦੀ ਹੈ। ਮੈਂ ਕਿਹਾ ਜੀ ਕੀ ਦੁਖੀ ਕਰਨ ਵਾਲੀ ਗੱਲ ਹੈ, ਸੁੱਖ ਹੋਵੇ ਸਹੀ। ਆਖਣ ਲੱਗੀ ਨਹੀਂ ਕੁਝ ਮਾੜਾ ਨਹੀਂ, ਪਰ ਵੇਖੋ ਮੈਂ ਨਾ ਘਰੋਂ ਆਫਿਸ ਜਾਣਾ ਹੁੰਦਾ, ਆਫਿਸ ਜਾਂਦਿਆਂ ਕਾਰ ਚਲਾਉਂਦਿਆਂ 25 ਕੁ ਮਿੰਟ ਲੱਗ ਜਾਂਦੇ ਨੇ। ਕਹਿਣ ਲੱਗੇ ਮਾਂ ਨਾ ਪਤਾ ਕੀ ਕਰੇਗੀ, ਮੈਂ ਘਰੋਂ ਹਾਲਾਂ ਕਾਰ ਵਿੱਚ ਬੈਠਣੀ ਆ, ਮਾਂ ਫੋਨ ਕਰਨਾ ਸ਼ੁਰੂ ਕਰ ਦੇਗੀ, ਤੂੰ ਠੀਕ ਹੈ ਨਾ। 2 ਮਿੰਟ ਹੋਰ ਲੰਘਣਗੇ ਫੇਰ ਫੋਨ ਆ ਜਾਏਗਾ, ਤੂੰ ਠੀਕ ਹੈ ਨਾ। ਆਖਣ ਲੱਗੀ ਵੀਰ ਜੀ ਬਾਰ-ਬਾਰ ਨਾ ਕਾਰ ਚਲਾਉਂਦਿਆਂ ਫੋਨ ਚੁੱਕ ਕੇ ਮੈਂ ਪਰੇਸ਼ਾਨ ਹੋ ਜਾਂਦੀ ਆ, ਆਫਿਸ ਪਹੁੰਚਣ ਤੱਕ ਘੱਟੋ ਘੱਟ 20 ਕੁ ਫੋਨ ਜ਼ਰੂਰ ਆ ਚੁੱਕੇ ਹੋਣਗੇ, ਤੂੰ ਠੀਕ ਹੈ ਨਾ, ਪਹੁੰਚ ਗਈ ਹੈ ਨਾ। ਇਹ ਅੰਦੇਸ਼ਾ ਕਿਉਂ ਵਿਆਪਦਾ ਹੈ? ਮੈਂ ਫਿਰ ਦੁਹਰਾਨਾ, ਜਿੰਨੀ ਸਾਡੀ ਮਨ ਦੀ ਹਾਲਤ ਇਹੋ ਜਿਹੀ ਹੋਵੇਗੀ ਨਾ, ਓਨਾ ਹੀ ਅਸੀਂ ਦੁਖੀ ਹੋਵਾਂਗੇ। ਔਰ ਇਹੋ ਜਿਹੀ ਹਾਲਤ ਵਾਲੇ ਬੰਦੇ ਨੂੰ ਦੁਨੀਆ ਦੀ ਕੋਈ ਸ਼ੈ ਸੁਖੀ ਨਹੀਂ ਜੇ ਕਰ ਸਕਦੀ, ਜੋ ਮਰਜ਼ੀ ਹੋਵੇ। ਇਹ ਹਾਲਤ ਬਦਲਣੀ ਪਏਗੀ। ਮੈਨੂੰ ਆਖਣ ਲੱਗੇ ਤੁਸੀਂ ਨਾ ਖੇਚਲ ਕਰਕੇ ਕੁਛ ਕਰ ਦਿਓ, ਮਾਂ ਨੂੰ ਕੁਛ ਸਮਝਾ ਦਿਓ। ਮੈਨੂੰ ਪਤਾ ਇਹ ਵੀ ਬਹੁਤ ਦੁਖੀ ਹਾਲਤ ਵਿੱਚ ਹੈ। ਖੈਰ ਰਲ ਕੇ ਬੈਠਿਆਂ ਗੱਲਬਾਤ ਕਰਦਿਆਂ ਮੈਂ ਉਹਨਾਂ ਨੂੰ ਪਿਆਰ ਨਾਲ ਆਖਿਆ, ਮੈਂ ਕਿਹਾ ਆਓ ਨਾ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ। ਦੇਖੋ ਗੁਰੂ ਨੇ ਪਤਾ ਕੀ ਆਖਿਆ ਸੀ, ਊਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ ਬੁਝਿਆ ਰਾਖਾ ਏਕ। ਇੱਕ ਵਾਰ ਫਿਰ ਜਰਾ ਪਿੱਛੇ ਜਾਓ, ਭਉ ਨਹੀਂ ਲਾਗੈ ਜਾਂ ਐਸੇ ਬੁਝਿਆ ਮੈਨੇ ਕੀ ਹੁੰਦਾ, ਗੁਸਤਾਖੀ ਲਿਖੇ ਮਾਂ। ਸੁੱਤਿਆਂ ਸੁੱਤਿਆਂ ਅਰਧ ਜਾਗਰਤ ਅਵਸਥਾ ਵਿੱਚ ਨਾ ਬਾਣੀ ਪੜ੍ਹਨ ਵਾਲੀ ਗੱਲ ਛੱਡ ਦਿਓ, ਕਿਰਪਾ ਕਰੋ ਜ਼ਰਾ ਸਾਵਧਾਨ ਹੋ ਕੇ ਪੜ੍ਹੋ। ਗੁਰੂ ਨੇ ਆਖਿਆ ਕੀ ਹੈ? ਮੈਂ ਫਿਰ ਦੁਬਾਰਾ ਇਹ ਗੱਲ ਆਖਦਾ, ਇਸ ਵੇਲੇ ਵੀ ਸਾਡੇ ਵਿੱਚੋਂ ਅੱਧਿਆਂ ਤੋਂ ਵਧੇਰੇ ਪਤਾ ਨਹੀਂ ਕਿ ਜਾਂ ਐਸੇ ਬੁਝਿਆ ਦਾ ਮਤਲਬ ਕੀ ਹੁੰਦਾ ਹੈ। ਅਸੀਂ ਅੰਦਾਜ਼ੇ ਲਾਵਾਂਗੇ ਬਸ ਨਾ। ਇਸੇ ਲਈ ਇਹੋ ਜਿਹੀ ਹਾਲਤ ਵਿੱਚ ਨਾ ਬਹੁਤ ਵਾਰ ਬਾਣੀ ਪੜ੍ਹਦਿਆਂ ਸਾਨੂੰ ਕੁਝ ਫਰਕ ਨਹੀਂ ਪੈਂਦਾ। ਗੁਰੂ ਜੀ ਕਹਿ ਰਹੇ ਨੇ ਭਉ ਨਹੀਂ ਲਾਗੈ, ਡਰ ਨਹੀਂ ਵਿਆਪੇਗਾ, ਅੰਦੇਸ਼ਾ ਨਹੀਂ ਆਏਗਾ, ਸੰਤਾਪ ਨਹੀਂ ਹੋਵੇਗਾ। ਕਦੋਂ? ਜਾਂ ਐਸੇ ਬੁਝਿਆ, ਜਦੋਂ ਇਹ ਗੱਲ ਸਮਝ ਲਈ। ਕਿਹੜੀ ਗੱਲ? ਰਾਖਾ ਏਕ। ਸਾਰੇ ਬੋਲੋ, ਉੱਚੀ ਬੋਲੋ, ਰਾਖਾ ਏਕ, ਰਾਖਾ ਏਕ। ਸੱਚ ਜਾਣਿਓ ਅਸੀਂ ਰਲ ਕੇ ਬੈਠੇ ਸਾਂ, ਇਸ ਤਰ੍ਹਾਂ ਪਿਆਰ ਨਾਲ ਬਾਣੀ ਪੜ੍ਹ ਰਹੇ ਸਾਂ। ਕੁਝ ਮਿੰਟਾਂ ਬਾਅਦ ਹੀ ਬੀਬੀ ਜੀ ਹੋਰੀ ਆਖਣ ਲੱਗੇ ਮੇਰੇ ਮਨ ਨੂੰ ਨਾ ਠੰਡ ਪੈ ਗਈ ਹੈ। ਸੱਚਮੁੱਚ ਜਿਸ ਵੇਲੇ ਕੁਝ ਦਿਨਾਂ ਬਾਅਦ ਮੈਂ ਦੁਬਾਰਾ ਪੜਤਾਲ ਕੀਤੀ ਨਾ, ਆਖਣ ਲੱਗੇ ਹੁਣ ਉਹ ਵਾਲੀ ਹਾਲਤ ਨਹੀਂ ਰਹੀ ਜਿਹੜੀ ਹਰ ਵੇਲੇ ਘਬਰਾਹਟ ਸੀ ਨਾ, ਬਈ ਹਾਏ ਕੁੜੀ ਨੇ ਪਤਾ ਨਹੀਂ ਆਫਿਸ ਪਹੁੰਚਣਾ ਕਿ ਨਹੀਂ ਪਹੁੰਚਣਾ, ਕਿਤੇ ਐਕਸੀਡੈਂਟ ਹੀ ਨਾ ਕਰ ਦੇਵੇ। ਹੁਣੇ ਵਾਲੀ ਹਾਲਤ ਮੁੱਕ ਗਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਗਤ ਕਬੀਰ ਸਾਹਿਬ ਜੀ ਦੇ ਮੁਖਾਰਬਿੰਦ ਵਿੱਚੋਂ ਅੱਜ ਜੋ ਬੋਲ ਉਚਾਰਨ ਕੀਤੇ, ਬੰਦੇ ਖੋਜ ਦਿਲ ਹਰ ਰੋਜ਼। ਗੁਰਮਤਿ ਵਿੱਚ ਧਰਮ ਦੀ ਸਾਧਨਾ ਬਹੁਤੀ ਸਰੀਰ ਨੂੰ ਸਾਧਨ ਤੇ ਨਹੀਂ ਹੈਗੀ, ਖਿਮਾ ਕਰ ਦੇਣਾ। ਸਰੀਰ ਦੀ ਸਾਧਨਾ ਤੇ ਸਿਰਫ ਇਹ ਨਹੀਂ ਹੈ ਵੀ ਭਾਈ ਅੰਮ੍ਰਿਤ ਵੇਲੇ ਜਾਗਣ ਜੋਗਾ ਹੋ ਸਕੇ। ਹਾਂ, ਅੰਮ੍ਰਿਤ ਵੇਲੇ ਜਾਗਣ ਲਈ ਸਰੀਰ ਰਿਸ਼ਟ ਪੁਸ਼ਟ ਚਾਹੀਦਾ, ਆਰਾਮ ਕੀਤਾ ਹੋਇਆ ਹੋਣਾ ਚਾਹੀਦਾ। ਇਹ ਨਹੀਂ, ਸਰੀਰ ਦੀ ਸੰਭਾਲ ਜ਼ਰੂਰ ਹੈ, ਇਹਨਾਂ ਕਰਨਾ ਚਾਹੀਦਾ। ਅੰਮ੍ਰਿਤ ਵੇਲੇ ਜਾਗ, ਫਿਰ ਅੰਮ੍ਰਿਤ ਵੇਲੇ ਜਾਗ ਕੇ ਕਰ ਕੀ? ਜਿਸ ਗੁਰੂ ਦੇ ਦਰ ਤੇ ਬੈਠੇ ਹੋ ਉਹ ਗੁਰੂ ਤੇ ਆਖਦਾ ਹੈ, ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਜਿਹੜਾ ਵੀ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ ਉਹ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪੇ। ਜਦੋਂ ਨਾਮ ਜਪਣ ਲੱਗ ਪਏਗਾ ਨਾ, ਸੁਭਾਵਕ ਹੀ ਧਿਆਨ ਇਸ ਪਾਸੇ ਵੱਲ ਆਉਣ ਲੱਗ ਪੈਣਾ, ਮੇਰੇ ਮਨ ਦਾ ਕੀ ਹਾਲ ਹੈ। ਬੰਦੇ ਖੋਜ
दिल हर रोज ना फिर परेशानी मां है। ये परेशानी दूर करने का कोई होर तरीका है? क्षमा करियो, एडा वड्डा हिंदू समाज, दुनिया भर विच बहुत वड्डी गिनती रखने वाला इस्लामिक समाज, भगत कबीर साहब का तजर्बा जरा सुनियो। कहते ने बेद कतेब इफ्तरा भाई। इफ्तरा की हुंदा है? यह लफ्ज बड़ा महत्वपूर्ण है। बेद कतेब इफ्तरा भाई, इसलिए इन्हों पढ़न वाले दा दिल का फिक्र ना जाए। यह गल मैं नहीं कह रहा, भगत कबीर साहब आख रहे हैं और 4-4.5 सदियां पहलों कह रहे हैं। जो उन्होंने एनालाइज किया है, जोड़ा उन्होंने रिसर्च है, एनालिसिस है, जो उन्होंने कंपैरिजन स्टडीज विचों फाइंड आउट किया, भगत कबीर साहब आखते हैं मैं वेखदा की हाँ, बेद कतेब इफ्तरा भाई। लफज इफ्तरा बड़ा महत्वपूर्ण है। इफ्तरा का अखरी अर्थ है बनाया होया, कल्पना, मिथ, जां केवल वधा चढ़ा के की गई गल। हुण वेदां कतेबां विच केवल कहानियां ने, वधा चढ़ा के कीतियां गईयां गल्लां ने। इसलिए मुश्किल यह है कि इन्हों पढ़न वाले बंदे दे मन का दिल का फिक्र ना जाए। मैं फिर दोहरा के गल आखदा, ये गल मैं नहीं कह रहा, भगत कबीर आख रहे हैं। दिल का फिक्र नहीं जे जाना, नहीं जाना। क्यों नहीं जाता? मैं फिर दोहरा के गल कहूँ। थोड़ा समय पहले एक सज्जन मिले, आखन लगे देखो सारे धर्म ग्रंथ जेड़े ने वो रब नूं मिलण दा उपदेश देंदे ने। मैं कहा जी भली गल, पर तुसी जे पढ़े होण ते फिर गल करो। कह लगे की मतलब? मैं क्या देखो भगत कबीर साहब के बचनों को ध्यान नाल सुनना। मैं सिर्फ 2 उदाहरण तुहाडे सामने रखदा। भगत कबीर साहब का ही बचन है, कबीर ब्राह्मण गुरु है जगत का, भगतन का गुर ना है, अर्ज उर्ज कै पचमुआ चारों वेदों माहे। ये तो आप ही वेदां विच उलझ उलझ के फस फस के दुखी हो के प्या मरद है। मेरे लफ्ज़ां लिखी मां। फिर भगत कबीर साहब का एक होर बचन सुनियो ध्यान नाल। भगत साहब आखदे ने सनक सनंद अंत नहीं पाया, वेद पढ़े पढ़ ब्रह्मे जन्म गवाया। वेद ब्रह्मा के मुखारबिंद तो उचारण होए कहे जाते हैं, पर भगत साहब तो ऐलानियां कह रहे हैं ब्रह्मा भी वेदां नूं पढ़ पढ़ के ही अपना जन्म व्यर्थ गवा के तुर गया, जिसने अपने जीवन की कीमत नहीं जानी, जीवन सफल नहीं बना सके। क्यों? वेदां विच ना दरअसल प्रभु की गल नहीं हैगी। मुश्किल है देवी देवतियां की, वख-वख देवी देवतियां की पूजा विधि विधान का ढंग तरीका वर्णन किया गया है। ऋग्वेद की एक वार्ता सुनावा। ऋग्वेद विच ना वर्णन है कि एक दिहाड़े इंद्र की घरवाली इंद्राणी नूं उसकी एक सहेली ने पूछा, बई तेरा घरवाला इंद्र बड़ा तगड़ा है, शरीरक तौर पर बड़ा मोटा है, तू इसनूं की खवाणी? मैं फिर दोहराना, ऋग्वेद दे बोल। इंद्राणी ने जवाब दिता, मेरा घरवाला इसलिए तगड़ा है क्योंकि मैं इसनूं रोज 2 मट शराब दे ते साण दा मीट खवाणी है। क्षमा कर दिओ, जे यह ही धर्म है ना तो फिर अधर्म किस शै नूं आखोगे? वाहिगुरू मिलाप की गल तो है नहीं। इसलिए भगत साहब स्पष्ट तौर पर वर्णन करते हैं, वेद कतेब इफ्तरा भाई, दिल का फिक्र ना जाए। इसलिए वेदां कतेबां नूं पढ़न दे बावजूद मन की जिहड़ी घबराहट वाली, अंदेशे वाली, फिक्र वाली, संताप वाली हालत है ना, वो नहीं दूर होंदी। फिर किवें दूर होवेगी? होवेगी जरूर टुक दम करारी, जो करो हाजिर हजूर खुदाए। टुक दम करारी, करार
एकाग्रता, टिकाओ, चैन। जरा चैन नाल मन नूं टिका के एक छिन लई भी अकाल पुरख वाहिगुरू नूं याद करे ना मित्रा, ओ वाहिगुरू जिहड़ा हर थां ते हाज़र नाज़र है, उस नूं याद करदे ही तेरे दिल नूं टिकाओ आ जाएगा। पर वेदां कतेबां दे केवल पढ़न नाल, बार बार पढ़न नाल, बार बार पढ़न नाल नहीं होना। श्री गुरु अर्जन देव जी महाराज के बचन सुनना ध्यान नाल। सतगुरु आखदे ने, पाठ पढ़ियो अर वेद विचारियो, निवल भयंगम साधे, पंच जना स्यों संग न छुटकियो, अधिक अहं बुध बांधे। प्यारे इन बिद मिलन न जाई, मैं किए कर्म अनेका, हार पर्यो स्वामी कै द्वारे, दीजै बुद्ध विवेका। हे मेरे स्वामी, हे मेरे मालिक, मैं आ सारा कुछ किया है। किते ना इस शब्द नूं ध्यान नाल पढ़ना, साडियां अखां खुल जाणगियां। सतगुरु ने बाकायदा वर्णन कर दिता, बंदा धर्म दे नां थले किहड़े किहड़े कर्म कर रहा है और इन्हां कर्मां दा उसनूं की लाभ हो रहा है। सतगुरु एंड रिजल्ट विच आखदे ने कोई लाभ नहीं हो रहा, सिर्फ समा खराब हो रहा है। सतगुरु महाराज गुरु कलगीधर जी का बोल तुसीं जरूर पढ़िया होवेगा ध्यान नाल। गुरु जी आखदे ने, नात फिरियो लिए सात समुंदरन, लोक गयो परलोक गवायो। समा खराब कर रहे हैं तू। एक तीरथ छड़ के 68 तीर्थां ते ना, 68 तीर्थां की बजाय भी तू ना 7 समुद्रां विच इशनान कर। पर मित्रा चेते रखी, तू सिर्फ अपना समा खराब कर रहा है। नाथ फिरियो लिए 7 समुद्रन, लोक गयो पर लोक गवायो। प्यारे इन बिद मिलन न जाई, मैं किए कर्म अनेका, हार पर्यो स्वामी कै द्वारे, दीजै बुद्ध विवेका। मोन भयो करपाती रहो, नगन फिरियो बन माही, तट तीर्थ सब धरती भ्रम्यो, दुविधा छुटकै नाही। दुविधा मन हर वेले ना इसे ख्याल विच रहे, घबराहट विच, हाय पता नहीं होना कि नहीं होना, पता नहीं होना कि नहीं होना। पर ना गुरु की शरण विच आके, गुरु की हजूरी विच नाम जपण वाला बंदा जदों इस हालत विच टिक जांदा है ना, घबराहट दी बिल्कुल कोई लोड़ नहीं। मेरी रक्षा करने वाला राखा एक हमारा स्वामी, राखा एक हमारा स्वामी, वो सदा मेरे अंग संग है। जिथे लोड़ पाएगी ना आपे रक्षा कर लेगा। यकीन जानियो, इस विश्वास दे आउंदियां ही टिकाओ आउणा है, वरना नहीं जे आउणा। वरना गुरु अमरदास जी महाराज का बचन फिर दोहरा के सुन लेना, कर्मी सहज न उपजै, विण सहजै सहसा न जाए, न जाए सहसा कितै संजम रहे, कर्म कमाए सह सह जियो मलीन है, कित संजम धोता जाए। कोई तरीका है धोण दा? मन धोवो, शब्द लागो, बस आ इन्ना ही हल है। तुसीं आखो शब्द ना पढ़ना पवे, भाव शब्द जाप ना करना पवे, शब्द ना विचारना पवे गुरु का, मैं होर कई कुछ कर लवां, मैं नंगे पैरीं तुर तुर के जावां। जाओ भाई, तुहाडी खुशी। एक सज्जन ना थोड़ी देर पहलों नाराज हो गया मेरे नाल, आखन लगे तुसीं ये गल क्यों आखी भी नंगे पैरीं चल के जाना जिहड़ा वो कोई लाभ नहीं दिंदा, नंगे पैरीं ते जाना चाहिए। मैं कहा मित्रा, गुरु कलगीधर दे बोल पढ़े ने तूं? कहता जी किहड़े बोल? मैं क्या सतगुरु ने पता की आख्या, बंदरा सदीव पाए नांगे फिरत हैं। जे नंगे पैर चल चल के जान नाल कुछ मिलदा होवे ना, बांदर सारी जिंदगी जंगलों में नंगे पैरी रहिंदे ने, फिर ते सारे ब्रह्म ज्ञानी हो गए होने सन। गुरु कलगीधर दे बचन। इथों तक ठीक है कि जिस वेले तुसी पहुंचो धर्म स्थान ते, पवित्रता वजों निमरता वजों जोड़े उतार दिओ, पैर धो लो, फिर महाराज की हजूरी में आओ, ठीक। पर कोई ये सोचे ना मैं नंगे पैरी घर तो चल चल के तुर तुर के जावां, खिमा करियो, आसा दी वार विच ही गुरु ने इस गल का खंडन कर दिता सी। पग उपे ताना
ਆਪਣਾ ਕੀਆ ਕਮਾਣਾ, ਨੰਗੇ ਪੈਰੀਂ ਤੁਰਿਆ ਜਾਣਾ ਹੈ। ਮਿੱਤਰਾ, ਆਪਣੇ ਕੀਤੇ ਹੋਏ ਕਰਮਾਂ ਦਾ ਦੁੱਖ ਹੀ ਹਾਸਲ ਕਰੇਗਾ, ਹੋਰ ਕੁਝ ਨਹੀਂ ਮਿਲਦਾ। ਇਸ ਲਈ ਬਜਾਏ ਇਸ ਦੇ ਕਿ ਤੂੰ ਕਰਮ ਕਾਂਡ ਵਿੱਚ ਫਸੇ, ਬਜਾਏ ਇਸ ਦੇ ਕਿ ਆਪਣੇ ਮਨ ਦੇ ਮਿੱਥੇ ਹੋਏ ਕਰਮ ਕਰੇ, ਬਜਾਏ ਇਸ ਦੇ ਕਿ ਆਪਣੇ ਮਨ ਮਰਜ਼ੀ ਦੇ ਕਰਮ ਕਰੇ, ਨਹੀਂ, ਤੈਨੂੰ ਇੱਕੋ ਕੰਮ ਕਰਨਾ ਚਾਹੀਦਾ। ਕਿਹੜਾ? ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਆਪਣੇ ਮਨ ਨੂੰ ਟਿਕਾ ਕੇ, ਭਾਵੇਂ ਇੱਕ ਛਿਨ ਲਈ ਹੀ ਸਹੀ, ਜਦੋਂ ਪਰਮੇਸ਼ਰ ਨੂੰ ਯਾਦ ਕਰੇਗਾ ਨਾ, ਤੇਰੇ ਮਨ ਨੂੰ ਠੰਡ ਪੈ ਜਾਏਗੀ। ਭਗਤ ਕਬੀਰ ਸਾਹਿਬ ਜੀ ਜੋ ਕੁਝ ਫਰਮਾਨ ਕਰਦੇ ਨੇ, ਆਪਾਂ ਲੜੀਵਾਰ ਵਿਚਾਰਦੇ ਹਾਂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਵੇਦ ਕਤੇਬ ਇਫਤਰਾ ਪਾਈ। ਦਿਲ ਕਾ ਫਿਕਰ ਨਾ ਜਾਏ। ਭਗਤ ਸਾਹਿਬ ਜੀ ਫਿਰ ਫਰਮਾਨ ਕਰਦੇ ਨੇ, ਬਹੁਤ ਵਾਰ ਧਰਮ ਦੇ ਨਾਂ ਤੇ ਧਰਮ ਪੁਸਤਕਾਂ ਵਿੱਚ ਕੇਵਲ ਮੰਨੀਆਂ ਗਈਆਂ ਗੱਲਾਂ, ਜੋ ਕੁਝ ਮਨ ਵਿੱਚ ਖਿਆਲ ਆਇਆ, ਮਿੱਥੀਆਂ ਹੋਈਆਂ ਗੱਲਾਂ ਲਿਖ ਦਿੱਤੀਆਂ ਗਈਆਂ। ਕਿਹੜੀਆਂ ਮਿੱਥੀਆਂ ਹੋਈਆਂ ਗੱਲਾਂ? ਮੈਂ ਇੱਕ ਦੋ ਖਿਆਲ ਤੁਹਾਡੇ ਸਾਹਮਣੇ ਰੱਖਣਾ, ਗੱਲ ਸਮਝ ਵਿੱਚ ਆ ਜਾਏਗੀ। ਇਹ ਹਾਲਾਂ ਪਿਛਲੇ ਮਹੀਨੇ ਦੀ ਗੱਲ ਹੈ। ਹਿੰਦੁਸਤਾਨੀ ਲੋਕਾਂ ਨੂੰ ਨਾ ਇਸ ਗੱਲ ਦੀ ਆਦਤ ਬਹੁਤ ਜ਼ਿਆਦਾ ਹੈ। ਪਿਛਲੇ ਮਹੀਨੇ ਬਿਹਾਰ ਵਿੱਚ ਇੱਕ ਮੰਦਿਰ ਬਣਾਇਆ ਗਿਆ, ਪਤਾ ਕਾਹਦਾ? ਕਰੋਨਾ ਮਾਈ ਦਾ ਮੰਦਿਰ। ਕਿਉਂਕਿ ਕਰੋਨਾ ਬਹੁਤ ਤੰਗ ਕਰ ਰਿਹਾ ਹੈ, ਮੌਤਾਂ ਹੋ ਰਹੀਆਂ ਨੇ ਇਸ ਵਾਇਰਸ ਨਾਲ। ਇਸ ਲਈ ਉਸ ਨੂੰ ਇੱਕ ਮਾਈ ਮੰਨ ਕੇ ਉਸ ਦੀ ਪੂਜਾ ਕਰਨ ਦੇ ਲਈ ਮੰਦਿਰ ਬਣਾ ਲਿਆ। ਆਦੇ ਕਾਹਦੇ ਲਈ? ਬਈ ਹੱਥ ਜੋੜ ਕੇ ਅਰਦਾਸ ਕਰੀਏ, ਹੇ ਕਰੋਨਾ ਮਾਈ, ਤੂੰ ਨਾ ਆਪਣੀ ਕਰੋਪੀ ਸਾਡੇ ਤੇ ਬੰਦ ਕਰ ਦੇ। ਕੀ ਕਰੋਨਾ ਮਾਤਾ ਹੈ? ਇਸੇ ਲਈ ਇਸ ਗੱਲ ਦੇ ਵਿਰੁੱਧ ਹਾਈ ਕੋਰਟ ਵਿੱਚ ਮੁਕੱਦਮਾ ਹੋਇਆ, ਔਰ ਹਾਈ ਕੋਰਟ ਨੇ ਬਾਕਾਇਦਾ ਫੈਸਲਾ ਦਿੱਤਾ, ਮੰਦਿਰ ਹਟਾ ਦਿੱਤਾ ਜਾਣਾ ਚਾਹੀਦਾ ਹੈ। ਬਟ ਫਾਰ ਯੋਰ ਕਾਈਂਡ ਇਨਫੋਰਮੇਸ਼ਨ, ਹਿੰਦੁਸਤਾਨ ਵਿੱਚ, ਜੇ ਮੈਂ ਭੁੱਲਦਾ ਨਹੀਂ, ਤੇ ਕਿਤਨੇ ਸਾਰੇ ਨੇਤਾ, ਅਭਿਨੇਤਾ, ਰਾਜ ਲੀਡਰ ਜਿਹੜੇ ਨੇ, ਉਹਨਾਂ ਦੇ ਮੰਦਿਰ ਬਣੇ ਹੋਏ ਨੇ। ਸਚਿਨ ਤੇਂਦੁਲਕਰ ਦਾ ਮੰਦਿਰ ਹੈ, ਅਮਿਤਾਭ ਬੱਚਨ ਦਾ ਮੰਦਿਰ ਹੈ। ਕੀ ਸੋਚਦੇ ਹੋ ਬਈ ਇਹ ਦੇਵਤੇ ਨੇ? ਸਿਰਫ ਮਿੱਥੀਆਂ ਹੋਈਆਂ ਗੱਲਾਂ, ਜੋ ਮਨ ਵਿੱਚ ਖਿਆਲ ਆਇਆ, ਉਸ ਦੀ ਪੂਜਾ ਕਰ ਲਈ। ਇਸੇ ਲਈ ਤੇ ਭਗਤ ਸਾਹਿਬ ਆਖਦੇ ਨੇ, ਇਹਨਾਂ ਮਿੱਥੀਆਂ ਹੋਈਆਂ ਗੱਲਾਂ ਨੂੰ ਬਾਰ-ਬਾਰ ਪੜਨ ਨਾਲ, ਵਿਚਾਰਨ ਨਾਲ ਜਾਂ ਕਰਨ ਨਾਲ ਭਾਈ ਹਿਰਦੇ ਨੂੰ ਸ਼ਾਂਤੀ ਨਹੀਂ ਆਉਣੀ। ਦਿਲ ਕਾ ਫਿਕਰ ਨਾ ਜਾਏ। ਦਿਲ ਦਾ ਫਿਕਰ ਨਹੀਂ ਖਤਮ ਹੁੰਦਾ, ਮਨ ਦਾ ਟਿਕਾਓ ਨਹੀਂ ਮਿਲਦਾ, ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ। ਬਜਾਏ ਇਸ ਦੇ ਕਿ ਤੂੰ ਮਿੱਥੀਆਂ ਹੋਈਆਂ ਗੱਲਾਂ ਨੂੰ ਤੁਰ ਤੁਰ ਕੇ, ਮਨ ਮੰਨ ਕੇ, ਪ੍ਰੈਕਟਿਸ ਕਰ ਕਰਕੇ ਦੁਖੀ ਹੁੰਦਾ ਰਵੇਂ, ਮਨ ਨੂੰ ਸ਼ਾਂਤੀ ਆ ਜਾਏਗੀ। ਟੁਕ ਦਮ ਕਰਾਰੀ ਜੋ ਕਰੋ। ਇੱਕ ਟਕ, ਇੱਕ ਟੁਕ, ਇੱਕ ਦਮ, ਕਰਾਰ, ਚੈਨ, ਸ਼ਾਂਤੀ। ਸ਼ਾਂਤੀ ਨਾਲ, ਇਕਾਗਰਤਾ ਨਾਲ ਇੱਕ ਛਿਨ ਲਈ ਤੂੰ ਨਾ ਆਪਣੇ ਮਨ ਨੂੰ ਜੇ ਇਕਾਗਰ ਕਰ ਲਵੇ ਨਾ, ਤਾਂ ਕੀ ਹੋਵੇਗਾ? ਹਾਜ਼ਰ ਹਜ਼ੂਰ ਖੁਦਾਏ, ਤੇਰੀ ਰੱਖਿਆ ਕਰਨ ਵਾਲਾ, ਤੇਰੇ ਉੱਤੇ ਮਿਹਰਬਾਨ, ਜਿਹੜਾ ਇਹੋ ਜਿਹਾ ਮਿਹਰਬਾਨ ਹੈ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ, ਸਗਲ ਕਉ ਦੇ ਦਾਨ। ਐਸਾ ਮਿਹਰਬਾਨ ਪ੍ਰਭੂ ਤੈਨੂੰ ਹਾਜ਼ਰ ਹਜ਼ੂਰ ਦਿਸ ਪਵੇ, ਮਨ ਦਾ ਸਾਰਾ ਜਿਹੜਾ ਫਿਕਰ ਹੈ, ਦੁੱਖ ਹੈ, ਸੰਤਾਪ ਹੈ, ਉਹ ਖਤਮ ਹੋ ਜਾਏ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਹੇ ਬੰਦੇ, ਬਜਾਏ ਇਸ ਦੇ ਕਿ ਤੂੰ ਸਿਰਫ ਮਿੱਥੀਆਂ ਹੋਈਆਂ ਗੱਲਾਂ ਦੇ ਮਗਰ ਤੁਰੇ, ਨਹੀਂ, ਆਪਣੇ ਦਿਲ ਨੂੰ ਖੋਜ,
ਚਲੋ ਦੁਨੀਆ ਦੇ ਮਗਰ ਲੱਗ ਕੇ ਕਈ ਵਾਰ ਬੜੇ ਧਰਮ ਕਰਮ ਕਰ ਲਈਦੇ ਨੇ, ਪਰ ਉਹਨਾਂ ਧਰਮ ਕਰਮਾਂ ਨੂੰ ਉਸ ਦਾ ਫਲ ਤੇ ਵੇਖ ਕਿ ਤੈਨੂੰ ਕੁਝ ਮਿਲਿਆ। ਮੈਂ ਇਹ ਗੱਲ ਆਖ ਲਵਾਂ, ਇਹ ਧਰਮ ਕਰਮ ਮੰਨਿਆ ਗਿਆ ਨਾ। ਥੋੜੇ ਦਿਨ ਪਹਿਲਾਂ ਕਰਵਾ ਚੌਥ ਦਾ ਵਰਤ ਲੰਘਿਆ, ਪੂਰੇ ਹਿੰਦੁਸਤਾਨ ਵਿੱਚ, ਪੂਰੇ ਹਿੰਦੂ ਸਮਾਜ ਵਿੱਚ ਇਹ ਮਨੌਤ ਹੈ ਕਿ ਜੇ ਉਸ ਦਿਨ ਇਸਤਰੀ ਭੁੱਖੀ ਰਵੇ ਇੱਕ ਦਿਨ, ਤਾਂ ਉਸਦੇ ਘਰ ਵਾਲੇ ਦੀ ਉਮਰ ਲੰਮੀ ਹੋ ਜਾਏਗੀ। ਖਿਮਾ ਕਰਿਓ, ਅੱਜ ਤੱਕ ਜੋ ਕੁਝ ਅੰਕੜੇ ਦੱਸਦੇ ਨੇ ਉਹ ਤਾਂ ਇਹ ਆ ਕਿ ਬੰਦਿਆਂ ਦੀ ਉਮਰ ਕੋਈ ਨਹੀਂ ਜੇ ਵਧੀ, ਜਿੰਨੀ ਕੁ ਹੈ ਐਵਰੇਜ ਲਾਈਫ ਟਾਈਮ ਜਿਹੜਾ ਹੈਗਾ ਉਹ ਨਾ ਕੋਈ ਨਹੀਂ ਜੇ ਵਧੀ। ਦੂਸਰਾ, ਬੰਦੇ ਦੀ ਉਮਰ ਵਧੇ ਇਸ ਲਈ ਇਸਤਰੀ ਨੂੰ ਲੋੜ ਹੈ ਕਿ ਉਹ ਵਰਤ ਰੱਖੇ, ਬੰਦੇ ਨੂੰ ਲੋੜ ਨਹੀਂ ਕਿ ਇਸਤਰੀ ਦੀ ਉਮਰ ਵੱਧ ਜਾਏ। ਮਿੱਥੇ ਹੋਏ ਕਰਮ ਨੇ ਨਾ, ਜਿਨ੍ਹਾਂ ਦਾ ਕੋਈ ਮਤਲਬ ਨਹੀਂ। ਇਸੇ ਲਈ ਭਗਤ ਕਬੀਰ ਸਾਹਿਬ ਆਖਦੇ ਨੇ, ਮਿੱਤਰਾ ਆਪਣੇ ਹਿਰਦੇ ਨੂੰ ਵਾਚ, ਆਪਣੇ ਹਿਰਦੇ ਨੂੰ ਦੇਖ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਐਵੇਂ ਪਰੇਸ਼ਾਨੀ ਵਿੱਚ ਨਾ ਫਿਰਿਆ ਰਹੋ, ਹਰ ਵੇਲੇ ਐਵੇਂ ਦੁਖੀ ਨਾ ਹੁੰਦਾ ਰਹੋ। ਆਪਣੇ ਦਿਲ ਨੂੰ ਜੇ ਵੇਖਣ ਦੀ ਤੈਨੂੰ ਜਾਚ ਆ ਜਾਏ, ਇੱਕ ਦਿਨ ਆ ਜਾਏਗਾ ਤੇਰੀਆਂ ਪਰੇਸ਼ਾਨੀਆਂ ਮੁੱਕ ਜਾਣਗੀਆਂ। ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ। ਆ ਜਿਹੜੀ ਦੁਨੀਆ ਨਾ, ਜਿਸ ਦੇ ਮਗਰ ਤੂੰ ਇੰਨਾ ਪਰੇਸ਼ਾਨ ਹੋਇਆ ਫਿਰਦਾ ਹੈ, ਇਹ ਤਾਂ ਇੱਕ ਸਿਹਰ ਮੇਲਾ ਹੈ। ਸਿਹਰ ਦਾ ਆਖਰੀ ਅਰਥ ਹੈ ਜਾਦੂ, ਜਾਦੂ ਦਾ ਮੇਲਾ। ਤੁਸੀਂ ਬੜੀ ਵਾਰ ਵੇਖਿਆ ਹੋਣਾ, ਜਾਦੂਗਰ ਨਾ ਤੁਹਾਡੇ ਸਾਹਮਣੇ ਆਪਣੀ ਮੁੱਠੀ ਨੂੰ ਖੋਲਣਗੇ, ਆਮ ਜਿਹੇ ਕਾਗਜ਼ ਨੂੰ ਨਾ ਤੁਹਾਨੂੰ ਰੁਪਈਏ ਬਣਾ ਕੇ ਵਿਖਾ ਦੇਣਗੇ, ਪਰ ਜੇ ਸੱਚਮੁੱਚ ਹੀ ਰੁਪਈਏ ਬਣਦੇ ਹੋਣ ਫਿਰ ਵਿਚਾਰੇ ਤੁਹਾਡੇ ਕੋਲੋਂ ਕੰਨ ਉੱਥੋਂ ਇੱਕ ਇੱਕ ਰੁਪਈਆ ਮੰਗਦੇ ਫਿਰਨ। ਇਹ ਤਾਂ ਸਿਰਫ ਜਾਦੂ ਹੈ, ਨਜ਼ਰ ਦਾ ਧੋਖਾ। ਦਿਸਦਾ ਹੈ ਬਈ ਕੁਝ ਹੋ ਰਿਹਾ ਹੈ, ਦਿਸਦਾ ਹੈ ਕਿ ਇਸ ਜਗਤ ਵਿੱਚੋਂ ਸੁੱਖ ਮਿਲੇਗਾ, ਪਰ ਮਿਲਦਾ ਕੋਈ ਨਹੀਂ। ਲੱਗਦਾ ਹੈ ਕਿ ਇਹ ਸਾਰਾ ਕੁਝ ਮੇਰਾ ਹੈ, ਪਰ ਸੱਚ ਜਾਣਿਓ ਕੁਝ ਵੀ ਮੇਰਾ ਨਹੀਂ। ਇੱਕ ਦਿਨ ਮੈਂ ਸਾਰਾ ਕੁਝ ਛੱਡ ਛਡਾ ਕੇ ਨਾ ਇੱਥੇ ਅਛੋਪ ਲਈ ਅਗਲੇ ਜਹਾਨੇ ਤੁਰ ਜਾਣਾ ਹੈ। ਇਹ ਤਾਂ ਦੁਨੀਆ ਐਵੇਂ ਇੱਕ ਉਹ ਵਾਲੀ ਜਾਦੂ ਦੀ ਖੇਡ ਹੈ ਜਿਹੜੀ ਹਰ ਵੇਲੇ ਸਾਨੂੰ ਭੁਲੇਖਾ ਪਾਈ ਰੱਖਦੀ ਹੈ, ਆਹ ਵੀ ਮੇਰਾ ਹੈ, ਆਹ ਵੀ ਮੇਰਾ ਹੈ, ਆਹ ਵੀ ਮੇਰਾ ਹੈ, ਆਹ ਵੀ ਸੁੱਖ ਦੇ ਸਕਦਾ ਹੈ, ਸ਼ਾਇਦ ਇਹ ਸ਼ੈ ਸੁੱਖ ਦੇ ਸਕਦੀ ਹੈ, ਪਰ ਇਹਨਾਂ ਸ਼ੈਆਂ ਨਾਲ ਭਾਈ ਕਦੇ ਸੁੱਖ ਨਹੀਂ ਮਿਲਦਾ। ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾ ਹੈ। ਦਸਤਗੀਰ ਹੁੰਦਾ ਹੱਥ ਫੜਨਾ, ਦਸਤਮੈਨ ਹੁੰਦਾ ਹੱਥ, ਦਸਤਗੀਰ ਹੁੰਦਾ ਹੱਥ ਮਿਲਾਉਣਾ ਜਾਂ ਹੱਥ ਫੜਨਾ। ਅੰਤ ਵੇਲੇ ਜਗਤ ਵਿੱਚ ਕਿਸੇ ਬੰਦੇ ਨੇ ਤੇਰਾ ਹੱਥ ਨਹੀਂ ਫੜਨਾ, ਤੈਨੂੰ ਜਮਾਂ ਕੋਲੋਂ ਨਹੀਂ ਛੁਡਾਉਣਾ। ਉੱਥੇ ਤੇ ਤੈਨੂੰ ਹਰ ਹਾਲ ਆਪਣੇ ਕਰਮਾਂ ਦਾ ਲੇਖਾ ਦੇਣਾ ਪੈਣਾ। ਚੰਗਿਆਈਆਂ ਬੁਰਾਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੇ ਬਚਣਾ ਚਾਹੁੰਦਾ ਤੇ ਅਗਲਾ ਕੰਮ ਜ਼ਰੂਰ ਕਰੀ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਰਨਾ ਚੇਤੇ ਰੱਖ, ਇਹ ਜੋ ਦੁਨੀਆ ਸਿਹਰ ਮੇਲਾ, ਦੁਨੀਆ ਤਾਂ ਐਵੇਂ ਜਾਦੂ ਦਾ ਖੇਡ ਹੈ ਜਿਹੜਾ ਕਦੇ ਵੀ ਅੰਤ ਵਿੱਚ ਤੇਰੇ ਕੰਮ ਨਹੀਂ ਆਉਂਦਾ, ਤੇਰੇ ਹੱਥ ਨਹੀਂ ਆਉਂਦਾ। ਰਹਾਉ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਇਹ ਪੰਕਤੀ ਬੜੀ ਮਹੱਤਵਪੂਰਨ ਹੈ, ਪਰ ਇਸ ਨੂੰ ਜੇ ਠੀਕ ਤਰ੍ਹਾਂ ਸਮਝਣਾ ਹੋਵੇ ਨਾ, ਜਦੋਂ ਭਗਤ ਕਬੀਰ ਸਾਹਿਬ ਨੇ ਬਚਨ ਉਚਾਰਨ ਕੀਤੇ ਸਨ, ਉਸ ਬੈਕਗਰਾਉਂਡ ਨੂੰ ਸਾਨੂੰ ਆਪਣੀਆਂ ਨਜ਼ਰਾਂ ਸਾਹਮਣੇ ਲਿਆਉਣਾ ਪਏਗਾ। ਮੁਸਲਮਾਨਾਂ ਦਾ ਰਾਜ ਸੀ, ਹਿੰਦੂ ਸਮਾਜ ਉਸ ਵੇਲੇ ਗੁਲਾਮੀ ਵਾਲੀ ਹਾਲਤ ਵਿੱਚ ਜਿਉ ਰਿਹਾ ਸੀ, ਹਮਲਾਵਰ ਸਨ ਮੁਸਲਮਾਨ, ਇਸ ਲਈ ਆਪਣੇ ਆਪ ਨੂੰ ਬਿਹਤਰ ਸਮਝਦੇ ਸਨ, ਸੁਪਰੀਮ ਸਮਝਦੇ ਸਨ। ਇਸੇ ਕਰਕੇ ਦੋਵਾਂ ਫਿਰਕਿਆਂ ਵਿੱਚ ਨਫ਼ਰਤ ਬੜੀ ਪਸਰੀ ਹੋਈ ਸੀ। ਹਿੰਦੂ ਸਮਾਜ ਮੁਸਲਮਾਨਾਂ ਨੂੰ ਮਲੇਛ ਕਹਿ ਕੇ ਬੁਲਾਉਂਦਾ ਸੀ, ਤੇ ਮੁਸਲਮਾਨ ਹਿੰਦੂ ਸਮਾਜ ਨੂੰ ਆਮ ਕਰਕੇ ਲਾਲਾ ਜਾਂ ਗੁਲਾਮ ਜਾਂ ਕਾਫਿਰ ਕਹਿ ਕੇ ਬੁਲਾਉਂਦੇ ਸਨ। ਇੰਨੀ ਨਫ਼ਰਤ ਹੈ।
ਹੁਣ ਉਸ ਨਫ਼ਰਤ ਵਿੱਚ ਲਗਾਤਾਰ ਇਹ ਗੱਲ ਵੀ ਲਗਾਤਾਰ ਚੱਲਦੀ ਰਹਿੰਦੀ ਹੈ ਬਈ ਤੁਹਾਡਾ ਧਰਮ ਮਾੜਾ ਹੈ। ਤੇ ਹੁੰਦਾ ਪਤਾ ਕੀ ਹੈ, ਮਨੋਂ ਹੀ ਗੱਲਾਂ ਘੜ ਕੇ ਨਾ ਬਈ ਤੁਹਾਡੇ ਧਰਮ ਗ੍ਰੰਥਾਂ ਵਿੱਚ ਆਹ ਲਿਖਿਆ ਹੈ, ਦਰੋਗ ਮੈਨੇ ਹੁੰਦਾ ਝੂਠ। ਝੂਠ ਹੀ ਗੱਲਾਂ ਘੜ ਕੇ ਬਈ ਤੁਹਾਡਾ ਧਰਮ ਐਸ ਗੱਲੋਂ ਮਾੜਾ ਹੈ, ਤੁਹਾਡਾ ਧਰਮ ਐਸ ਗੱਲੋਂ ਮਾੜਾ ਹੈ। ਭਗਤ ਕਬੀਰ ਸਾਹਿਬ ਆਖਦੇ ਨੇ, ਦਰੋਗ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਏ। ਇੱਕ ਦੂਜੇ ਉੱਤੇ ਝੂਠੀਆਂ ਤੁਹਮਤਾਂ, ਝੂਠੇ ਇਲਜ਼ਾਮ ਲਾ ਕੇ, ਧਰਮ ਗ੍ਰੰਥਾਂ ਦੇ ਬਾਰੇ ਵਿੱਚ ਵੀ ਝੂਠ ਬੋਲ ਕੇ ਬੇਖਬਰ ਹੀ ਵਾਧੂ ਗੱਲਾਂ ਕਰਦੇ ਰਹਿੰਦੇ ਨੇ, ਵਾਧੂ ਬਕ ਕਰਦੇ ਨੇ। ਬੇਖਬਰ ਬਾਦ ਬਕਾਹੇ। ਹਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ। ਇਹ ਨਹੀਂ ਜਾਣਦੇ ਕਿ ਹੱਕ ਭਾਵ ਅਕਾਲ ਪੁਰਖ ਵਾਹਿਗੁਰੂ। ਹੱਕ ਮੈਨੇ ਸੱਚ ਹੁੰਦਾ, ਸੱਚ ਮੈਨੇ ਵੀ ਸੱਚ ਹੁੰਦਾ। ਜਿਹੜਾ ਸੱਚਾ ਅਕਾਲ ਪੁਰਖ ਵਾਹਿਗੁਰੂ ਹੈ, ਹੇ ਭਾਈ, ਜਿਹੜਾ ਸੱਚਾ ਪ੍ਰਭੂ ਹੈ ਉਹ ਤੇ ਖਲਕਤ ਵਿੱਚ ਵਸਦਾ ਹੈ, ਨਾ ਤਾਂ ਉਹ ਸ਼ਿਆਮ ਮੂਰਤ ਵਿੱਚ ਹੈ, ਸ਼ਿਆਮ ਮੂਰਤ, ਸ਼ਿਆਮ ਦੀ ਮੂਰਤ, ਅਥਵਾ ਕਾਲੇ ਰੰਗ ਦੀ ਮੂਰਤ। ਲਫ਼ਜ਼ ਸ਼ਿਆਮ ਦਾ ਮਤਲਬ ਹੀ ਕਾਲਾ ਹੁੰਦਾ ਹੈ। ਕਾਲੀ ਨਾਗ ਦੇ ਹਮਲੇ ਕਰਕੇ ਸ਼ਿਆਮ ਦਾ ਰੰਗ ਕਾਲਾ ਹੋ ਗਿਆ, ਜਿਸ ਕਰਕੇ ਉਸ ਦੀਆਂ ਮੂਰਤਾਂ ਵੀ ਕਾਲੀਆਂ ਬਣਾਈਆਂ ਜਾਣ ਲੱਗੀਆਂ। ਭਗਤ ਸਾਹਿਬ ਸਪਸ਼ਟ ਤੌਰ ਤੇ ਵਰਣਨ ਕਰਦੇ ਨੇ, ਨਾ ਤਾਂ ਉਹ ਸ਼ਿਆਮ ਮੂਰਤ ਵਿੱਚ ਹੈ, ਨਾ ਕਿਤੇ ਹੋਰ ਹੈ, ਬਲਕਿ ਉਹ ਤੇ ਖਲਕਤ ਵਿੱਚ ਪਿਆ ਵਸਦਾ ਹੈ। ਜੇ ਕਿਤੇ ਤੂੰ ਪ੍ਰਭੂ ਨੂੰ ਹਾਜ਼ਰ ਨਾਜ਼ਰ ਜਾਣ ਲਵੇਂ। ਅਸਮਾਨ ਮਿਆਨੇ ਲਹੰਗ ਦਰਿਆ, ਗੁਸਲ ਕਰਦਨ ਬੂਦ। ਵਾਹ ਵਾਹ। ਅਸਮਾਨ ਮਿਆਨੇ ਸਰਵ ਵਿਆਪਕ। ਭਾਵੇਂ ਅਸਮਾਨ ਮਿਆਨੇ ਦੇ ਅਰਥ ਹੋਰ ਵੀ ਕੀਤੇ ਜਾ ਸਕਦੇ ਨੇ, ਪਰ ਸੌਖਾ ਅਰਥ ਹੈ ਆਸਮਾਨ ਵਿੱਚ ਵਿਆਪਕ ਹੈ, ਆਸਮਾਨ ਵਾਂਗ ਵਿਆਪਕ ਹੈ ਅਕਾਲ ਪੁਰਖ ਵਾਹਿਗੁਰੂ। ਅਸਮਾਨ ਮਿਆਨੇ ਲਹੰਗ ਦਰਿਆ। ਭਾਈ ਅਕਾਲ ਪੁਰਖ ਵਾਹਿਗੁਰੂ ਤਾਂ ਦਰਿਆ ਵਾਂਗ ਵਿਆਪਕ ਹੈ। ਤੂੰ ਕਿਉਂ ਨਹੀਂ ਉਸ ਪਵਿੱਤਰ ਦਰਿਆ ਰੂਪ ਵਾਹਿਗੁਰੂ ਦੇ ਪ੍ਰੇਮ ਵਿੱਚ ਇਸ਼ਨਾਨ ਕਰਦਾ? ਗੁਸਲ ਕਰਦਨ ਬੂਦ। ਗੁਸਲ ਮੈਨੇ ਇਸ਼ਨਾਨ ਕਰਨਾ ਹੁੰਦਾ। ਕਿਉਂ ਨਹੀਂ ਤੂੰ ਉਸ ਸਰਵ ਵਿਆਪਕ ਪ੍ਰਭੂ, ਦਰਿਆ ਰੂਪ ਪ੍ਰਭੂ ਵਿੱਚ, ਉਸ ਦੇ ਪ੍ਰੇਮ ਵਿੱਚ ਇਸ਼ਨਾਨ ਕਰਦਾ? ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾ ਮੌਜੂਦ। ਇਸ ਲਈ ਫਕਰ ਕਰ। ਫਕਰ ਫਕੀਰੀ ਤੋਂ, ਫਕੀਰੀ ਕਰਨ ਵਾਲਾ ਫਕਰ ਹੈ। ਫਕਰ ਕਰ ਭਾਵ ਫਕੀਰੀ ਕਰ, ਭਗਤੀ ਭਾਵ ਵਿੱਚ ਆ। ਦਾਇਮ ਲਾਏ ਚਸ਼ਮੇ, ਉਹ ਤੇ ਕਾਇਮ ਦਾਇਮ ਹੈ। ਅੱਖਾਂ ਖੋਲ ਕੇ ਤੇ ਵੇਖ, ਉਹ ਤੇ ਸਦੀਵੀ ਸਰਵ ਵਿਆਪਕ ਹੈ। ਤੂੰ ਆਪਣੀਆਂ ਅੱਖਾਂ ਖੋਲ ਕੇ ਤਾਂ ਵੇਖ, ਜੈ ਤਹਾਂ ਮੌਜੂਦ, ਉਹ ਤੇ ਹਰ ਪਾਸੇ ਸਰਵ ਵਿਆਪਕ ਹੈ। ਅੱਲਾਹ ਪਾਕੰ ਪਾਕ ਹੈ, ਸਕ ਕਰੋ ਜੇ ਦੂਸਰ ਹੋਏ। ਸਰਵ ਵਿਆਪਕ ਅਕਾਲ ਪੁਰਖ ਵਾਹਿਗੁਰੂ ਅੱਲਾਹ। ਵਾਹ। ਮੈਂ ਕੱਲ ਵੀ ਬੇਨਤੀ ਕਰ ਰਿਹਾ ਸਾਂ, ਗੁਰੂ ਨੂੰ ਨਾ ਕਿਸੇ ਵੀ ਵਾਹਿਗੁਰੂ ਦੀ ਸੂਚਨਾ ਦੇਣ ਵਾਲੇ ਲਫ਼ਜ਼ ਤੋਂ ਨਾ ਨਫ਼ਰਤ ਸੀ, ਨਾ ਵਿਰੋਧ ਸੀ। ਭਾਵੇਂ ਉਹ ਲਫ਼ਜ਼ ਰਾਮ ਹੋਵੇ, ਭਾਵੇਂ ਉਹ ਸ਼ਿਆਮ ਹੋਵੇ, ਭਾਵੇਂ ਅੱਲਾਹ ਹੋਵੇ, ਭਾਵੇਂ ਖੁਦਾ ਹੋਵੇ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਕੇਵਲ ਪਰਮੇਸ਼ਰ ਹੀ ਪਵਿੱਤਰ ਹੈ, ਤਾਂ ਸ਼ੱਕ ਕਰਾਣਾ ਜੇ ਉਸ ਵਰਗਾ ਕੋਈ ਹੋਰ ਹੋਵੇ। ਨਹੀਂ, ਸਿਰਫ ਵਾਹਿਗੁਰੂ ਹੀ ਸਰਵ ਵਿਆਪਕ ਹੈ। ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ। ਹੇ ਕਬੀਰ, ਕਰੀਮ ਅਕਾਲ ਪੁਰਖ ਵਾਹਿਗੁਰੂ ਕਰਮ ਕਰਨ ਵਾਲਾ, ਸਦਾ ਹੀ ਬਖਸ਼ਿਸ਼ਾਂ ਕਰਦਾ ਹੈ ਤੇ ਜਾਣਦਾ ਹੈ, ਸਾਰਿਆਂ ਉੱਤੇ ਰਹਿਮਤਾਂ ਕਰਦਾ ਹੈ। ਇਹੋ ਜਿਹਾ ਮਿਹਰਬਾਨ ਹੈ। ਐਸੇ ਪ੍ਰਭੂ ਨੂੰ ਯਾਦ ਕਰ ਤਾਂ ਕਿ ਤੇਰਾ ਹਿਰਦਾ ਨਿਰਮਲ ਹੋ ਜਾਏ। ਇਸ ਤੋਂ ਪਹਿਲਾਂ ਕਿ ਆਪਾਂ ਆਖਰੀ ਪੰਕਤੀਆਂ ਦੁਬਾਰਾ ਪੜ੍ਹੀਏ ਤੇ ਸਮਾਪਤੀ ਵੱਲ ਵਧੀਏ, ਮੈਂ ਬਹੁਤ ਧੰਨਵਾਦੀ ਹਾਂ ਆਦਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਹੋਰਾਂ ਦਾ, ਜਿਨ੍ਹਾਂ ਨੇ ਬੜੇ ਪਿਆਰ ਨਾਲ ਆਪ ਸੰਦੇਸ਼ ਦੇ ਕੇ, ਆਵਾਜ਼ ਮਾਰ ਕੇ ਗੁਰੂ ਕੇ ਬਚਨ ਆਪ ਸਰਬੱਤ ਨੂੰ ਸੁਣਾਉਣ ਦਾ ਸੁਭਾਗ ਅਵਸਰ ਪੈਦਾ ਕੀਤਾ, ਬਣਾਇਆ।
ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਉਹਨਾਂ ਨੂੰ ਸਦਾ ਸਿਹਤਯਾਬੀ ਬਖਸ਼ਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ, ਪ੍ਰਧਾਨ ਸਾਹਿਬ, ਮੈਂ ਇਹਨਾਂ ਦਾ ਵੀ ਹਾਰਦਿਕ ਤੌਰ ਤੇ ਧੰਨਵਾਦੀ ਹਾਂ ਜਿਹੜੇ ਸਦਾ ਪਿਆਰ ਦਿੰਦੇ ਨੇ। ਦਰਅਸਲ ਅਮਰੀਕਾ ਵਿੱਚ ਰਹਿੰਦਿਆਂ, ਹਜ਼ਾਰਾਂ ਮੀਲ ਦੂਰ ਵਸਦਿਆਂ, ਮਨ ਵਿੱਚ ਸਦਾ ਇਹ ਇੱਕ ਟੀਸ ਬਣੀ ਰਹਿੰਦੀ ਹੈ, ਕਦੋਂ ਮੌਕਾ ਆਵੇਗਾ ਜਦੋਂ ਗੁਰੂ ਕੀਆਂ ਸੰਗਤਾਂ ਦੇ ਫਿਰ ਦਰਸ਼ਨ ਕਰਨ ਦਾ ਸੁਭਾਗ ਅਵਸਰ ਹਾਸਲ ਹੋਵੇਗਾ, ਕਦੋਂ ਗੁਰੂ ਦੇ ਚਰਨਾਂ ਵਿੱਚ ਪਹੁੰਚ ਸਕਾਂਗੇ। ਪਰ ਮੈਂ ਸ਼ੁਕਰਾਨਾ ਅਦਾ ਕਰਦਾ ਸਤਿਗੁਰੂ ਦਾ ਕਿ ਰਹਿਮਤ ਕਰਦੇ ਰਹੇ ਸਦਾ। ਜਿੱਥੇ ਦਰਸ਼ਨ ਮੇਲੇ ਹੋ ਜਾਂਦੇ ਨੇ ਉੱਥੇ ਸੰਗਤ ਨਾਲ ਗੁਰੂ ਕੇ ਬਚਨ ਸਾਂਝੇ ਕਰਨ ਦਾ ਸੁਭਾਗ ਅਵਸਰ ਵੀ ਮਿਲਦਾ ਹੈ। ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਓ ਆਪਾਂ ਅੰਤਿਮ ਪੰਕਤੀਆਂ ਇੱਕ ਵਾਰ ਫਿਰ ਉਚਾਰਨ ਕਰੀਏ। ਅੱਲਾਹ ਪਾਕੰ ਪਾਕ ਹੈ, ਸਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ